ਪੁਰਾਤਨ ਸਮੇਂ ਦੀ ਗੱਲ ਹੈ ਜਦੋਂ ਦੁਨੀਆ ਵਿੱਚ ਅਗਿਆਨਤਾ ਅਤੇ ਅਹੰਕਾਰ ਦਾ ਹਨੇਰਾ ਵੱਧ ਰਿਹਾ ਸੀ। ਉਸ ਸਮੇਂ ਧਰਤੀ ਉੱਤੇ ਇੱਕ ਐਸੀ ਰੌਸ਼ਨੀ ਜਨਮੀ ਜਿਸ ਨੇ ਮਨੁੱਖਤਾ ਨੂੰ ਸੱਚ ਦਾ ਰਾਹ ਦਿਖਾਇਆ। ਉਹ ਸਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਦਿਨ ਗੁਰੂ ਜੀ ਆਪਣੇ ਪ੍ਰੀਤਮ ਸਾਥੀ ਭਾਈ ਮਰਦਾਨਾ ਜੀ ਨਾਲ ਇੱਕ ਪਿੰਡ ਵਿੱਚ ਪਹੁੰਚੇ ਜਿੱਥੇ ਲੋਕ ਬਾਹਰੋਂ ਧਾਰਮਿਕ ਪਰ ਅੰਦਰੋਂ ਲਾਲਚ ਅਤੇ ਕਰਮਾਂ ਦੇ ਭੇਦ ਤੋਂ ਅਣਜਾਣ ਸਨ। ਪਿੰਡ ਵਿੱਚ ਦਾਖਲ ਹੋਣ ਨਾਲ ਹੀ ਗੁਰੂ ਜੀ ਨੇ ਵੇਖਿਆ ਕਿ ਲੋਕ ਮੰਦਰਾਂ ਅਤੇ ਧਰਮ ਸਥਾਨਾਂ ਵਿੱਚ ਜਾ ਕੇ ਵੱਡੀਆਂ ਦਾਨ ਪੁੰਨ ਦੀਆਂ ਗੱਲਾਂ ਕਰ ਰਹੇ ਸਨ, ਪਰ ਗਰੀਬ ਅਤੇ ਭੁੱਖੇ ਲੋਕ ਉਹਨਾਂ ਦੇ ਦਰਵਾਜ਼ਿਆਂ ਤੋਂ ਵਾਪਸ ਮੋੜ ਦਿੱਤੇ ਜਾਂਦੇ ਸਨ। ਭਾਈ ਮਰਦਾਨਾ ਜੀ ਨੇ ਹੌਲੀ ਜਿਹੇ ਗੁਰੂ ਜੀ ਨੂੰ ਪੁੱਛਿਆ, ਸੱਚੇ ਪਾਤਸ਼ਾਹ, ਇਹ ਲੋਕ ਇੰਨੀ ਭਗਤੀ ਕਰਦੇ ਹਨ ਫਿਰ ਵੀ ਇਹਨਾਂ ਦੇ ਚਿਹਰਿਆਂ ਤੇ ਸ਼ਾਂਤੀ ਕਿਉਂ ਨਹੀਂ ਹੈ? ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ, ਮਰਦਾਨਿਆ, ਭਗਤੀ ਉਹ ਨਹੀਂ ਜੋ ਲੋਕਾਂ ਨੂੰ ਦਿਖਾਈ ਜਾਵੇ, ਭਗਤੀ ਉਹ ਹੈ ਜੋ ਕਰਮਾਂ ਰਾਹੀਂ ਪ੍ਰਭੂ ਤੱਕ ਪਹੁੰਚੇ। ਉਸੇ ਵੇਲੇ ਪਿੰਡ ਵਿੱਚ ਇੱਕ ਅਮੀਰ ਸੇਠ ਦੀ ਬਹੁਤ ਚਰਚਾ ਸੀ ਜੋ ਹਰ ਰੋਜ਼ ਵੱਡਾ ਭੰਡਾਰਾ ਕਰਦਾ ਸੀ, ਪਰ ਉਸ ਦੇ ਮਜ਼ਦੂਰਾਂ ਨੂੰ ਪੂਰੀ ਰੋਟੀ ਵੀ ਨਹੀਂ ਮਿਲਦੀ ਸੀ। ਸੇਠ ਨੇ ਸੁਣਿਆ ਕਿ ਕੋਈ ਮਹਾਨ ਸੰਤ ਪਿੰਡ ਵਿੱਚ ਆਏ ਹਨ ਤਾਂ ਉਹ ਗੁਰੂ ਜੀ ਨੂੰ ਆਪਣੇ ਘਰ ਸੱਦਣ ਆ ਗਿਆ। ਉਸਨੇ ਬੜੀ ਸ਼ਾਨੋ ਸ਼ੌਕਤ ਨਾਲ ਗੁਰੂ ਜੀ ਨੂੰ ਬਿਠਾਇਆ ਅਤੇ ਸੋਨੇ ਦੀਆਂ ਥਾਲੀਆਂ ਵਿੱਚ ਖਾਣਾ ਪੇਸ਼ ਕੀਤਾ, ਪਰ ਗੁਰੂ ਜੀ ਨੇ ਖਾਣੇ ਨੂੰ ਹੱਥ ਨਾ ਲਾਇਆ। ਸੇਠ ਹੈਰਾਨ ਹੋ ਕੇ ਬੋਲਿਆ, ਮਹਾਰਾਜ ਜੀ, ਮੇਰੇ ਭੋਜਨ ਵਿੱਚ ਕਿਹੜੀ ਕਮੀ ਹੈ? ਗੁਰੂ ਜੀ ਨੇ ਹੌਲੇ ਸੁਰ ਵਿੱਚ ਕਿਹਾ, ਸੇਠ ਜੀ, ਇਹ ਰੋਟੀ ਨਹੀਂ, ਇਹ ਤੇਰੇ ਮਜ਼ਦੂਰਾਂ ਦੇ ਅੰਸੂ ਹਨ। ਇਹ ਸੁਣ ਕੇ ਸੇਠ ਦੇ ਚਿਹਰੇ ਦਾ ਰੰਗ ਉੱਡ ਗਿਆ, ਪਰ ਉਸ ਦੇ ਅਹੰਕਾਰ ਨੇ ਉਸ ਨੂੰ ਸੱਚ ਕਬੂਲ ਕਰਨ ਨਹੀਂ ਦਿੱਤਾ। ਉਸੇ ਸਮੇਂ ਗੁਰੂ ਜੀ ਉੱਥੋਂ ਉੱਠੇ ਅਤੇ ਪਿੰਡ ਦੇ ਕਿਨਾਰੇ ਇੱਕ ਗਰੀਬ ਬੁੱਢੀ ਮਾਈ ਦੇ ਚੌਂਪੜੇ ਵਿੱਚ ਚਲੇ ਗਏ ਜੋ ਦਿਨ ਭਰ ਮਿਹਨਤ ਕਰਕੇ ਸੁੱਕੀ ਰੋਟੀ ਬਣਾਉਂਦੀ ਸੀ ਅਤੇ ਰੱਬ ਦਾ ਨਾਮ ਜਪਦੀ ਰਹਿੰਦੀ ਸੀ। ਉਸਨੇ ਗੁਰੂ ਜੀ ਨੂੰ ਦੇਖ ਕੇ ਖੁਸ਼ੀ ਦੇ ਅੰਸੂ ਵਗਾ ਦਿੱਤੇ ਅਤੇ ਕਹਿਣ ਲੱਗੀ, ਮੇਰੇ ਘਰ ਵਿੱਚ ਤਾਂ ਕੁਝ ਵੀ ਨਹੀਂ, ਸਿਰਫ ਸੁੱਕੀ ਰੋਟੀ ਤੇ ਪਿਆਰ ਹੈ। ਗੁਰੂ ਜੀ ਨੇ ਪਿਆਰ ਨਾਲ ਉਸ ਦੀ ਰੋਟੀ ਸਵੀਕਾਰ ਕੀਤੀ ਅਤੇ ਜਦੋਂ ਉਹ ਰੋਟੀ ਹੱਥ ਵਿੱਚ ਫੜੀ ਤਾਂ ਭਾਈ ਮਰਦਾਨਾ ਜੀ ਨੇ ਵੇਖਿਆ ਕਿ ਉਸ ਵਿੱਚੋਂ ਦੁੱਧ ਦੀ ਧਾਰ ਵਗ ਰਹੀ ਸੀ। ਗੁਰੂ ਜੀ ਨੇ ਕਿਹਾ, ਵੇਖ ਮਰਦਾਨਿਆ, ਇਹ ਹੈ ਸੱਚੇ ਕਰਮਾਂ ਦੀ ਕਮਾਈ। ਇਹ ਖਬਰ ਪਿੰਡ ਵਿੱਚ ਅੱਗ ਵਾਂਗ ਫੈਲ ਗਈ ਅਤੇ ਸੇਠ ਵੀ ਦੌੜਦਾ ਹੋਇਆ ਉੱਥੇ ਆ ਗਿਆ। ਉਸਨੇ ਜਦੋਂ ਇਹ ਦਰਸ਼ਨ ਵੇਖੇ ਤਾਂ ਉਸ ਦਾ ਮਨ ਕੰਬ ਗਿਆ ਅਤੇ ਉਹ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ। ਗੁਰੂ ਜੀ ਨੇ ਉਸ ਨੂੰ ਚੁੱਕ ਕੇ ਕਿਹਾ, ਮਨੁੱਖ ਦਾ ਅਸਲ ਧਰਮ ਉਸ ਦੇ ਕਰਮ ਹੁੰਦੇ ਹਨ, ਧਨ ਨਾਲ ਨਹੀਂ ਸੇਵਾ ਨਾਲ ਪ੍ਰਭੂ ਮਿਲਦਾ ਹੈ। ਇਹ ਗੱਲ ਸੇਠ ਦੇ ਦਿਲ ਵਿੱਚ ਵੱਜ ਗਈ ਅਤੇ ਉਸਨੇ ਆਪਣੇ ਮਜ਼ਦੂਰਾਂ ਨਾਲ ਇਨਸਾਫ ਕਰਨਾ ਸ਼ੁਰੂ ਕਰ ਦਿੱਤਾ। ਪਰ ਗੁਰੂ ਜੀ ਨੇ ਅਜੇ ਕਰਮ ਦਾ ਪੂਰਾ ਭੇਦ ਸਮਝਾਉਣਾ ਸੀ। ਉਸੇ ਪਿੰਡ ਵਿੱਚ ਇੱਕ ਜਵਾਨ ਸੀ ਜੋ ਹਮੇਸ਼ਾ ਸ਼ਿਕਾਇਤ ਕਰਦਾ ਰਹਿੰਦਾ ਸੀ ਕਿ ਉਹ ਗਰੀਬ ਕਿਉਂ ਹੈ ਜਦਕਿ ਉਹ ਰੋਜ਼ ਮੰਦਰ ਜਾਂਦਾ ਹੈ। ਇੱਕ ਦਿਨ ਉਹ ਗੁਰੂ ਜੀ ਕੋਲ ਆਇਆ ਅਤੇ ਕਹਿਣ ਲੱਗਾ, ਮਹਾਰਾਜ, ਮੈਂ ਹਰ ਰੋਜ਼ ਪੂਜਾ ਕਰਦਾ ਹਾਂ ਫਿਰ ਵੀ ਮੇਰੇ ਜੀਵਨ ਵਿੱਚ ਦੁੱਖ ਕਿਉਂ ਹਨ? ਗੁਰੂ ਜੀ ਨੇ ਉਸ ਨੂੰ ਆਪਣੇ ਨਾਲ ਜੰਗਲ ਵੱਲ ਚੱਲਣ ਲਈ ਕਿਹਾ। ਜੰਗਲ ਵਿੱਚ ਜਾ ਕੇ ਗੁਰੂ ਜੀ ਨੇ ਉਸ ਨੂੰ ਇੱਕ ਬੀਜ ਦਿੱਤਾ ਅਤੇ ਕਿਹਾ, ਇਸ ਨੂੰ ਜ਼ਮੀਨ ਵਿੱਚ ਬੀਜ ਦੇ ਅਤੇ ਹਰ ਰੋਜ਼ ਪਾਣੀ ਦੇ। ਜਵਾਨ ਨੇ ਉਹੀ ਕੀਤਾ, ਪਰ ਕੁਝ ਦਿਨਾਂ ਬਾਅਦ ਉਹ ਬੇਚੈਨ ਹੋ ਗਿਆ ਅਤੇ ਬੀਜ ਨੂੰ ਖੋਦ ਕੇ ਵੇਖਣ ਲੱਗ ਪਿਆ ਕਿ ਇਹ ਉੱਗਿਆ ਕਿਉਂ ਨਹੀਂ। ਕੁਝ ਸਮੇਂ ਬਾਅਦ ਉਹ ਗੁਰੂ ਜੀ ਕੋਲ ਆਇਆ ਤਾਂ ਗੁਰੂ ਜੀ ਨੇ ਪੁੱਛਿਆ, ਤੂੰ ਕੀ ਕੀਤਾ? ਜਵਾਨ ਨੇ ਸੱਚ ਦੱਸ ਦਿੱਤਾ ਤਾਂ ਗੁਰੂ ਜੀ ਨੇ ਕਿਹਾ, ਜਿਵੇਂ ਬੀਜ ਨੂੰ ਵਧਣ ਲਈ ਸਮਾਂ ਅਤੇ ਧੀਰਜ ਚਾਹੀਦਾ ਹੈ, ਉਸੇ ਤਰ੍ਹਾਂ ਕਰਮਾਂ ਦਾ ਫਲ ਵੀ ਸਮੇਂ ਨਾਲ ਮਿਲਦਾ ਹੈ। ਜਵਾਨ ਦੀਆਂ ਅੱਖਾਂ ਵਿੱਚ ਸਮਝ ਦੀ ਰੌਸ਼ਨੀ ਆ ਗਈ, ਪਰ ਗੁਰੂ ਜੀ ਨੇ ਅੱਗੇ ਕਿਹਾ, ਜੇ ਬੀਜ ਚੰਗਾ ਹੋਵੇ ਤੇ ਸੇਵਾ ਦੀ ਮਿੱਟੀ ਵਿੱਚ ਲਗਾਇਆ ਜਾਵੇ ਤਾਂ ਫਲ ਵੀ ਮਿੱਠਾ ਮਿਲਦਾ ਹੈ। ਪਿੰਡ ਦੇ ਲੋਕ ਇਹ ਉਪਦੇਸ਼ ਸੁਣ ਕੇ ਬਹੁਤ ਪ੍ਰਭਾਵਿਤ ਹੋਏ ਅਤੇ ਹੌਲੀ-ਹੌਲੀ ਪਿੰਡ ਵਿੱਚ ਬਦਲਾਅ ਆਉਣ ਲੱਗ ਪਿਆ। ਲੋਕ ਇੱਕ ਦੂਜੇ ਦੀ ਮਦਦ ਕਰਨ ਲੱਗ ਪਏ ਅਤੇ ਲਾਲਚ ਕੱਟਣ ਲੱਗ ਪਿਆ। ਪਰ ਇੱਕ ਦਿਨ ਪਿੰਡ ਵਿੱਚ ਇੱਕ ਅਜੀਬ ਘਟਨਾ ਵਾਪਰੀ ਜਦੋਂ ਇੱਕ ਰਹੱਸਮਈ ਸੰਨਿਆਸੀ ਪਿੰਡ ਵਿੱਚ ਆਇਆ ਜੋ ਲੋਕਾਂ ਨੂੰ ਡਰਾਉਂਦਾ ਸੀ ਕਿ ਉਹ ਆਪਣੇ ਪਿਛਲੇ ਜਨਮਾਂ ਦੇ ਕਰਮਾਂ ਕਾਰਨ ਸਜ਼ਾ ਭੁਗਤ ਰਹੇ ਹਨ ਅਤੇ ਇਸ ਡਰ ਦੇ ਕਾਰਨ ਲੋਕ ਉਸ ਨੂੰ ਧਨ ਦੇਣ ਲੱਗ ਪਏ। ਭਾਈ ਮਰਦਾਨਾ ਜੀ ਨੇ ਇਹ ਸਭ ਵੇਖ ਕੇ ਗੁਰੂ ਜੀ ਨੂੰ ਦੱਸਿਆ ਤਾਂ ਗੁਰੂ ਜੀ ਉਸ ਸੰਨਿਆਸੀ ਕੋਲ ਗਏ ਅਤੇ ਉਸ ਨੂੰ ਪੁੱਛਿਆ, ਤੂੰ ਲੋਕਾਂ ਨੂੰ ਡਰਾ ਕੇ ਕੀ ਹਾਸਲ ਕਰਨਾ ਚਾਹੁੰਦਾ ਹੈ? ਸੰਨਿਆਸੀ ਨੇ ਕਿਹਾ, ਮੈਂ ਉਹਨਾਂ ਨੂੰ ਕਰਮਾਂ ਦਾ ਭੇਦ ਦੱਸਦਾ ਹਾਂ। ਗੁਰੂ ਜੀ ਨੇ ਸ਼ਾਂਤ ਸੁਰ ਵਿੱਚ ਕਿਹਾ, ਕਰਮ ਡਰ ਨਾਲ ਨਹੀਂ ਸੱਚੀ ਸਮਝ ਨਾਲ ਸੁਧਰਦੇ ਹਨ। ਫਿਰ ਗੁਰੂ ਜੀ ਨੇ ਪਿੰਡ ਦੇ ਲੋਕਾਂ ਨੂੰ ਇਕੱਠਾ ਕਰਕੇ ਇੱਕ ਅਨੋਖਾ ਪ੍ਰਯੋਗ ਕਰਨ ਦਾ ਫੈਸਲਾ ਕੀਤਾ। ਉਹਨਾਂ ਨੇ ਹਰ ਵਿਅਕਤੀ ਨੂੰ ਕਿਹਾ ਕਿ ਉਹ ਆਪਣੇ ਜੀਵਨ ਦਾ ਇੱਕ ਸੱਚ ਦੱਸੇ ਜੋ ਉਸਨੇ ਕਦੇ ਕਿਸੇ ਨੂੰ ਨਾ ਦੱਸਿਆ ਹੋਵੇ। ਪਹਿਲਾਂ ਤਾਂ ਲੋਕ ਡਰੇ ਰਹੇ, ਪਰ ਹੌਲੀ-ਹੌਲੀ ਇੱਕ ਬਜ਼ੁਰਗ ਅੱਗੇ ਆਇਆ ਅਤੇ ਕਹਿਣ ਲੱਗਾ ਕਿ ਉਸਨੇ ਜਵਾਨੀ ਵਿੱਚ ਆਪਣੇ ਭਰਾ ਨਾਲ ਧੋਖਾ ਕੀਤਾ ਸੀ। ਇਹ ਸੁਣ ਕੇ ਉਸ ਦੀਆਂ ਅੱਖਾਂ ਵਿੱਚ ਅੰਸੂ ਆ ਗਏ। ਫਿਰ ਇੱਕ ਹੋਰ ਔਰਤ ਅੱਗੇ ਆਈ ਜਿਸਨੇ ਮੰਨਿਆ ਕਿ ਉਸਨੇ ਕਦੇ ਕਿਸੇ ਗਰੀਬ ਦੀ ਮਦਦ ਨਾ ਕੀਤੀ। ਹੌਲੀ-ਹੌਲੀ ਸਾਰਾ ਮਾਹੌਲ ਭਾਵੁਕ ਹੋ ਗਿਆ ਅਤੇ ਗੁਰੂ ਜੀ ਨੇ ਕਿਹਾ, ਜਦ ਮਨੁੱਖ ਆਪਣੇ ਕਰਮਾਂ ਨੂੰ ਮੰਨ ਲੈਂਦਾ ਹੈ ਤਾਂ ਉਹ ਸੁਧਾਰ ਦੇ ਰਾਹ ਤੇ ਚੱਲ ਪੈਂਦਾ ਹੈ।
ਲੋਕਾਂ ਦੇ ਦਿਲ ਬਦਲਣ ਲੱਗ ਪਏ, ਪਰ ਉਸੇ ਵੇਲੇ ਪਿੰਡ ਵਿੱਚ ਇੱਕ ਵੱਡੀ ਆਫਤ ਆ ਗਈ। ਜਦੋਂ ਅਚਾਨਕ ਦਰਿਆ ਵਿੱਚ ਭਿਆਨਕ ਬਾੜ ਆ ਗਈ ਅਤੇ ਪਿੰਡ ਡੁੱਬਣ ਲੱਗ ਪਿਆ। ਲੋਕ ਘਬਰਾਹਟ ਵਿੱਚ ਗੁਰੂ ਜੀ ਕੋਲ ਦੌੜੇ ਅਤੇ ਕਹਿਣ ਲੱਗੇ, ਸਾਨੂੰ ਬਚਾਓ। ਗੁਰੂ ਜੀ ਨੇ ਕਿਹਾ, ਇਕੱਠੇ ਹੋ ਕੇ ਸੇਵਾ ਕਰੋ ਅਤੇ ਇੱਕ ਦੂਜੇ ਨੂੰ ਬਚਾਓ, ਇਹੀ ਕਰਮ ਦਾ ਸੱਚਾ ਰਾਹ ਹੈ। ਲੋਕਾਂ ਨੇ ਇੱਕ ਦੂਜੇ ਦੀ ਮਦਦ ਕਰਨੀ ਸ਼ੁਰੂ ਕੀਤੀ ਅਤੇ ਉਸ ਸਮੇਂ ਇੱਕ ਅਜੀਬ ਚਮਤਕਾਰ ਵਾਪਰਿਆ। ਜਦੋਂ ਪਿੰਡ ਦਾ ਸਭ ਤੋਂ ਸਵਾਰਥੀ ਮਨੁੱਖ ਆਪਣੀ ਜਾਨ ਦੀ ਪਰਵਾਹ ਨਾ ਕਰਦਾ ਹੋਇਆ ਬੱਚਿਆਂ ਨੂੰ ਬਚਾਉਣ ਲੱਗ ਪਿਆ ਅਤੇ ਜਦੋਂ ਬਾੜ ਹੌਲੀ ਹੋਈ ਤਾਂ ਗੁਰੂ ਜੀ ਨੇ ਉਸ ਨੂੰ ਪਿਆਰ ਨਾਲ ਵੇਖਿਆ ਅਤੇ ਕਿਹਾ, ਅੱਜ ਤੂੰ ਆਪਣੇ ਕਰਮਾਂ ਦੀ ਕਿਤਾਬ ਦਾ ਨਵਾਂ ਸਫ਼ਾ ਖੋਲ੍ਹਿਆ ਹੈ। ਉਹ ਮਨੁੱਖ ਰੋ ਪਿਆ ਅਤੇ ਕਹਿਣ ਲੱਗਾ, ਮਹਾਰਾਜ, ਕੀ ਮੇਰੇ ਪੁਰਾਣੇ ਪਾਪ ਮਾਫ ਹੋ ਸਕਦੇ ਹਨ? ਗੁਰੂ ਜੀ ਨੇ ਕਿਹਾ, ਜਦ ਮਨੁੱਖ ਸੱਚੇ ਦਿਲ ਨਾਲ ਬਦਲਦਾ ਹੈ ਤਾਂ ਪ੍ਰਭੂ ਵੀ ਉਸ ਦੇ ਰਾਹ ਖੋਲ ਦਿੰਦਾ ਹੈ। ਇਹ ਸੁਣ ਕੇ ਸਾਰਾ ਪਿੰਡ ਨਾਮ ਜਪਣ ਲੱਗ ਪਿਆ ਅਤੇ ਉਸ ਰਾਤ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਮਨੁੱਖ ਦਾ ਜੀਵਨ ਕਰਮਾਂ ਦੀ ਇੱਕ ਐਸੀ ਡੋਰ ਹੈ ਜੋ ਪਿਛਲੇ, ਵਰਤਮਾਨ ਅਤੇ ਭਵਿੱਖ ਨੂੰ ਜੋੜਦੀ ਹੈ, ਪਰ ਜ਼ਿਆਦਾਤਰ ਲੋਕ ਇਸ ਡੋਰ ਨੂੰ ਸਮਝ ਨਹੀਂ ਪਾਉਂਦੇ। ਭਾਈ ਮਰਦਾਨਾ ਜੀ ਨੇ ਪੁੱਛਿਆ, ਸੱਚੇ ਪਾਤਸ਼ਾਹ, ਕੀ ਹਰ ਮਨੁੱਖ ਆਪਣੀ ਕਿਸਮਤ ਆਪ ਲਿਖ ਸਕਦਾ ਹੈ? ਗੁਰੂ ਜੀ ਮੁਸਕਰਾਏ ਅਤੇ ਕਹਿਣ ਲੱਗੇ, ਮਰਦਾਨਿਆ, ਮਨੁੱਖ ਆਪਣੇ ਕਰਮਾਂ ਨਾਲ ਕਿਸਮਤ ਦੀ ਦਿਸ਼ਾ ਬਦਲ ਸਕਦਾ ਹੈ, ਪਰ ਜੇ ਮਨ ਅੰਦਰੋਂ ਸੁੱਚਾ ਨਾ ਹੋਵੇ ਤਾਂ ਕੀਤੇ ਹੋਏ ਨੇਕ ਕਰਮ ਵੀ ਕਈ ਵਾਰੀ ਅਹੰਕਾਰ ਵਿੱਚ ਬਦਲ ਜਾਂਦੇ ਹਨ ਅਤੇ ਜਦ ਅਹੰਕਾਰ ਜਨਮ ਲੈਂਦਾ ਹੈ ਤਾਂ ਮਨੁੱਖ ਦੁਬਾਰਾ ਮਾਇਆ ਦੇ ਜਾਲ ਵਿੱਚ ਫਸ ਜਾਂਦਾ ਹੈ। ਗੁਰੂ ਜੀ ਦੀਆਂ ਇਹ ਗੱਲਾਂ ਸੁਣ ਕੇ ਭਾਈ ਮਰਦਾਨਾ ਜੀ ਡੂੰਘੀ ਸੋਚ ਵਿੱਚ ਡੁੱਬ ਗਏ। ਉਸੇ ਸਮੇਂ ਸਵੇਰ ਦੀ ਲਾਲੀ ਅਸਮਾਨ ਵਿੱਚ ਫੈਲ ਰਹੀ ਸੀ ਅਤੇ ਪਿੰਡ ਦੇ ਲੋਕ ਗੁਰੂ ਜੀ ਦੇ ਦਰਸ਼ਨ ਲਈ ਇਕੱਠੇ ਹੋਣ ਲੱਗ ਪਏ। ਬਾੜ ਤੋਂ ਬਾਅਦ ਪਿੰਡ ਵਿੱਚ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋ ਰਹੀ ਸੀ। ਲੋਕ ਪਹਿਲਾਂ ਨਾਲੋਂ ਵੱਧ ਇੱਕ ਦੂਜੇ ਦੀ ਮਦਦ ਕਰਨ ਲੱਗ ਪਏ ਸਨ, ਪਰ ਗੁਰੂ ਜੀ ਜਾਣਦੇ ਸਨ ਕਿ ਮਨੁੱਖ ਦਾ ਮਨ ਬੜਾ ਚੰਚਲ ਹੁੰਦਾ ਹੈ ਅਤੇ ਜੇ ਉਸ ਨੂੰ ਸੱਚ ਦਾ ਆਸਰਾ ਨਾ ਮਿਲੇ ਤਾਂ ਉਹ ਦੁਬਾਰਾ ਪੁਰਾਣੇ ਰਸਤੇ ਤੇ ਵਾਪਸ ਮੁੜ ਸਕਦਾ ਹੈ। ਇਸ ਲਈ ਗੁਰੂ ਜੀ ਨੇ ਪਿੰਡ ਦੇ ਵਿਚਕਾਰ ਇੱਕ ਵੱਡਾ ਦੀਵਾਨ ਲਗਾਇਆ ਅਤੇ ਸਭ ਨੂੰ ਕਿਹਾ ਕਿ ਹਰ ਮਨੁੱਖ ਆਪਣੇ ਜੀਵਨ ਦਾ ਮਕਸਦ ਸਮਝੇ। ਉਸ ਵੇਲੇ ਇੱਕ ਛੋਟਾ ਜਿਹਾ ਬੱਚਾ ਗੁਰੂ ਜੀ ਕੋਲ ਆਇਆ ਜਿਸ ਦੇ ਕੱਪੜੇ ਫਟੇ ਹੋਏ ਸਨ ਪਰ ਅੱਖਾਂ ਵਿੱਚ ਮਾਸੂਮੀਅਤ ਦੀ ਚਮਕ ਸੀ। ਉਸਨੇ ਗੁਰੂ ਜੀ ਨੂੰ ਪੁੱਛਿਆ, ਬਾਬਾ ਜੀ, ਕੀ ਰੱਬ ਸਾਡੇ ਕਰਮ ਲਿਖਦਾ ਹੈ ਜਾਂ ਅਸੀਂ ਆਪ ਲਿਖਦੇ ਹਾਂ? ਇਹ ਸਵਾਲ ਸੁਣ ਕੇ ਗੁਰੂ ਜੀ ਦੇ ਚਿਹਰੇ ਤੇ ਮਿੱਠੀ ਮੁਸਕਾਨ ਆ ਗਈ ਅਤੇ ਉਹਨਾਂ ਨੇ ਬੱਚੇ ਨੂੰ ਆਪਣੇ ਕੋਲ ਬਿਠਾ ਲਿਆ। ਗੁਰੂ ਜੀ ਨੇ ਕਿਹਾ, ਪੁੱਤਰ, ਰੱਬ ਤੈਨੂੰ ਰਾਹ ਦਿਖਾਉਂਦਾ ਹੈ ਪਰ ਤੁਰਨਾ ਤੈਨੂੰ ਆਪ ਪੈਂਦਾ ਹੈ। ਇਹ ਗੱਲ ਸੁਣ ਕੇ ਸਾਰਾ ਪਿੰਡ ਚੁੱਪ ਹੋ ਗਿਆ ਅਤੇ ਲੋਕਾਂ ਦੇ ਦਿਲਾਂ ਵਿੱਚ ਇੱਕ ਨਵੀਂ ਸੋਚ ਜਨਮ ਲੈਣ ਲੱਗੀ। ਉਸੇ ਸਮੇਂ ਉਹੀ ਰਹੱਸਮਈ ਸੰਨਿਆਸੀ ਜੋ ਲੋਕਾਂ ਨੂੰ ਡਰਾ ਕੇ ਧਨ ਇਕੱਠਾ ਕਰਦਾ ਸੀ, ਉਹ ਵੀ ਦੀਵਾਨ ਵਿੱਚ ਆ ਬੈਠਿਆ। ਉਸ ਦਾ ਮਨ ਅਜੇ ਵੀ ਅਹੰਕਾਰ ਨਾਲ ਭਰਿਆ ਹੋਇਆ ਸੀ, ਪਰ ਉਹ ਗੁਰੂ ਜੀ ਦੀਆਂ ਗੱਲਾਂ ਸੁਣਨਾ ਚਾਹੁੰਦਾ ਸੀ। ਗੁਰੂ ਜੀ ਨੇ ਲੋਕਾਂ ਨੂੰ ਇੱਕ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਕਿ ਇੱਕ ਰਾਜਾ ਸੀ ਜੋ ਆਪਣੇ ਕਰਮਾਂ ਨੂੰ ਬਹੁਤ ਚੰਗਾ ਸਮਝਦਾ ਸੀ, ਪਰ ਉਹ ਆਪਣੇ ਰਾਜ ਦੇ ਗਰੀਬ ਲੋਕਾਂ ਦੀ ਹਾਲਤ ਤੋਂ ਅਣਜਾਣ ਸੀ। ਇੱਕ ਦਿਨ ਉਹ ਰਾਜਾ ਭੇਸ ਬਦਲ ਕੇ ਆਪਣੇ ਰਾਜ ਵਿੱਚ ਘੁੰਮਣ ਨਿਕਲਿਆ ਅਤੇ ਉਸਨੇ ਵੇਖਿਆ ਕਿ ਉਸਦੇ ਰਾਜ ਵਿੱਚ ਕਈ ਲੋਕ ਭੁੱਖੇ ਸੋ ਰਹੇ ਹਨ। ਇਹ ਵੇਖ ਕੇ ਰਾਜੇ ਦਾ ਦਿਲ ਕੰਬ ਗਿਆ ਅਤੇ ਉਸਨੇ ਸਮਝ ਲਿਆ ਕਿ ਸਿਰਫ ਨਾਮ ਦੀ ਭਗਤੀ ਅਤੇ ਦਾਨ ਕਰਨ ਨਾਲ ਕਰਮ ਸਾਫ਼ ਨਹੀਂ ਹੁੰਦੇ। ਇਹ ਕਹਾਣੀ ਸੁਣ ਕੇ ਪਿੰਡ ਦੇ ਲੋਕਾਂ ਦੇ ਚਿਹਰਿਆਂ ਤੇ ਡੂੰਘੀ ਸੋਚ ਦਿਖਾਈ ਦੇਣ ਲੱਗੀ। ਉਸ ਵੇਲੇ ਗੁਰੂ ਜੀ ਨੇ ਕਿਹਾ, ਮਨੁੱਖ ਜਦ ਤੱਕ ਦੂਜਿਆਂ ਦੇ ਦਰਦ ਨੂੰ ਆਪਣਾ ਦਰਦ ਨਹੀਂ ਸਮਝਦਾ ਤਦ ਤੱਕ ਉਸਦੇ ਕਰਮ ਅਧੂਰੇ ਰਹਿੰਦੇ ਹਨ। ਇਹ ਗੱਲ ਸੁਣ ਕੇ ਉਹ ਸੰਨਿਆਸੀ ਵੀ ਅੰਦਰੋਂ ਹਿਲ ਗਿਆ, ਪਰ ਉਸਦਾ ਅਹੰਕਾਰ ਅਜੇ ਵੀ ਉਸਨੂੰ ਰੋਕ ਰਿਹਾ ਸੀ। ਉਸੇ ਦਿਨ ਪਿੰਡ ਵਿੱਚ ਇੱਕ ਹੋਰ ਘਟਨਾ ਵਾਪਰੀ ਜਦ ਇੱਕ ਗਰੀਬ ਕਿਸਾਨ ਆਪਣੇ ਖੇਤ ਵਿੱਚ ਬੀਜ ਰਿਹਾ ਸੀ, ਪਰ ਉਸਦੀ ਪਤਨੀ ਬਿਮਾਰ ਸੀ ਅਤੇ ਉਸਦੇ ਕੋਲ ਦਵਾਈ ਲਈ ਪੈਸੇ ਨਹੀਂ ਸਨ। ਪਿੰਡ ਦੇ ਅਮੀਰ ਲੋਕ ਉਸਦੀ ਮਦਦ ਕਰਨ ਦੀ ਬਜਾਏ ਉਸਦਾ ਮਜ਼ਾਕ ਉਡਾ ਰਹੇ ਸਨ। ਇਹ ਗੱਲ ਜਦ ਗੁਰੂ ਜੀ ਤੱਕ ਪਹੁੰਚੀ ਤਾਂ ਉਹ ਖੇਤ ਵਿੱਚ ਉਸ ਕਿਸਾਨ ਕੋਲ ਪਹੁੰਚ ਗਏ। ਕਿਸਾਨ ਨੇ ਗੁਰੂ ਜੀ ਨੂੰ ਵੇਖ ਕੇ ਅੰਸੂਆਂ ਨਾਲ ਕਿਹਾ, ਮਹਾਰਾਜ, ਮੈਂ ਮਿਹਨਤ ਤਾਂ ਬਹੁਤ ਕਰਦਾ ਹਾਂ ਪਰ ਮੇਰੀ ਕਿਸਮਤ ਮੇਰਾ ਸਾਥ ਨਹੀਂ ਦਿੰਦੀ। ਗੁਰੂ ਜੀ ਨੇ ਉਸ ਦੀ ਪਿੱਠ ਤੇ ਹੱਥ ਰੱਖ ਕੇ ਕਿਹਾ, ਕਿਸਮਤ ਉਹ ਦਰਖਤ ਹੈ ਜੋ ਕਰਮਾਂ ਦੀ ਮਿੱਟੀ ਵਿੱਚੋਂ ਉੱਗਦਾ ਹੈ। ਫਿਰ ਗੁਰੂ ਜੀ ਨੇ ਪਿੰਡ ਦੇ ਲੋਕਾਂ ਨੂੰ ਕਿਹਾ ਕਿ ਉਹ ਮਿਲ ਕੇ ਉਸ ਕਿਸਾਨ ਦੀ ਮਦਦ ਕਰਨ। ਪਹਿਲਾਂ ਤਾਂ ਲੋਕ ਹਿਚਕਿਚਾਏ, ਪਰ ਜਦ ਗੁਰੂ ਜੀ ਨੇ ਆਪ ਮਿੱਟੀ ਵਿੱਚ ਹੱਥ ਪਾਇਆ ਤਾਂ ਹੌਲੀ-ਹੌਲੀ ਸਾਰਾ ਪਿੰਡ ਉਸ ਕਿਸਾਨ ਦੀ ਮਦਦ ਕਰਨ ਲੱਗ ਪਿਆ। ਕੁਝ ਦਿਨਾਂ ਵਿੱਚ ਉਸ ਦਾ ਖੇਤ ਹਰਾ ਭਰਾ ਹੋ ਗਿਆ ਅਤੇ ਉਸ ਦੀ ਪਤਨੀ ਵੀ ਠੀਕ ਹੋਣ ਲੱਗ ਪਈ। ਇਹ ਵੇਖ ਕੇ ਪਿੰਡ ਦੇ ਲੋਕਾਂ ਨੂੰ ਸਮਝ ਆਉਣ ਲੱਗੀ ਕਿ ਸੱਚੇ ਕਰਮ ਹਮੇਸ਼ਾ ਚੰਗਾ ਫਲ ਦਿੰਦੇ ਹਨ। ਪਰ ਉਸੇ ਵੇਲੇ ਉਹ ਸੰਨਿਆਸੀ ਗੁਰੂ ਜੀ ਕੋਲ ਆਇਆ ਅਤੇ ਕਹਿਣ ਲੱਗਾ, ਜੇ ਸਭ ਕੁਝ ਕਰਮਾਂ ਨਾਲ ਹੁੰਦਾ ਹੈ ਤਾਂ ਕਿ ਪਿਛਲੇ ਜਨਮਾਂ ਦੇ ਕਰਮ ਵੀ ਮਨੁੱਖ ਦੇ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ। ਗੁਰੂ ਜੀ ਨੇ ਕਿਹਾ,
ਪਿਛਲੇ ਕਰਮਾਂ ਦੀ ਛਾਂ ਮਨੁੱਖ ਦੇ ਨਾਲ ਰਹਿੰਦੀ ਹੈ, ਪਰ ਵਰਤਮਾਨ ਦੇ ਚੰਗੇ ਕਰਮ ਉਸ ਛਾਂ ਨੂੰ ਹਲਕਾ ਕਰ ਸਕਦੇ ਹਨ। ਇਹ ਗੱਲ ਸੁਣ ਕੇ ਸੰਨਿਆਸੀ ਦੀਆਂ ਅੱਖਾਂ ਵਿੱਚ ਪਛਤਾਵੇ ਦੇ ਅੰਸੂ ਆ ਗਏ ਅਤੇ ਉਸਨੇ ਮੰਨ ਲਿਆ ਕਿ ਉਹ ਲੋਕਾਂ ਨੂੰ ਡਰਾ ਕੇ ਗਲਤ ਰਸਤੇ ਤੇ ਲੈ ਜਾਂਦਾ ਰਿਹਾ ਹੈ। ਗੁਰੂ ਜੀ ਨੇ ਉਸ ਨੂੰ ਮਾਫ ਕਰ ਦਿੱਤਾ ਅਤੇ ਕਿਹਾ, ਸੱਚੀ ਤੋਬਾ ਮਨੁੱਖ ਨੂੰ ਰੱਬ ਦੇ ਨੇੜੇ ਲੈ ਜਾਂਦੀ ਹੈ। ਇਹ ਸੁਣ ਕੇ ਸੰਨਿਆਸੀ ਨੇ ਆਪਣੀ ਜ਼ਿੰਦਗੀ ਸੇਵਾ ਲਈ ਸਮਰਪਿਤ ਕਰਨ ਦਾ ਫੈਸਲਾ ਕਰ ਲਿਆ। ਸਮਾਂ ਬੀਤਦਾ ਗਿਆ ਅਤੇ ਪਿੰਡ ਵਿੱਚ ਸੇਵਾ ਅਤੇ ਸਿਮਰਨ ਦਾ ਮਾਹੌਲ ਬਣ ਗਿਆ, ਪਰ ਇੱਕ ਦਿਨ ਪਿੰਡ ਵਿੱਚ ਦੂਰ ਦੇਸ਼ ਤੋਂ ਇੱਕ ਵਪਾਰੀ ਆਇਆ ਜੋ ਆਪਣੇ ਧਨ ਅਤੇ ਤਾਕਤ ਤੇ ਬਹੁਤ ਘਮੰਡ ਕਰਦਾ ਸੀ। ਉਸਨੇ ਗੁਰੂ ਜੀ ਦੀ ਮਹਾਨਤਾ ਬਾਰੇ ਸੁਣਿਆ ਅਤੇ ਉਹ ਉਹਨਾਂ ਦੀ ਪਰਖ ਕਰਨ ਲਈ ਆਇਆ। ਉਸਨੇ ਗੁਰੂ ਜੀ ਨੂੰ ਕਿਹਾ, ਜੇ ਕਰਮ ਹੀ ਸਭ ਕੁਝ ਹਨ ਤਾਂ ਮੈਂ ਆਪਣੇ ਧਨ ਨਾਲ ਸਾਰੇ ਪਿੰਡ ਨੂੰ ਖਰੀਦ ਸਕਦਾ ਹਾਂ। ਗੁਰੂ ਜੀ ਨੇ ਸ਼ਾਂਤੀ ਨਾਲ ਕਿਹਾ, ਧਨ ਨਾਲ ਸਿਰਫ ਚੀਜ਼ਾਂ ਖਰੀਦੀਆਂ ਜਾ ਸਕਦੀਆਂ ਹਨ, ਦਿਲ ਨਹੀਂ। ਵਪਾਰੀ ਹੱਸ ਪਿਆ ਅਤੇ ਕਹਿਣ ਲੱਗਾ, ਮੈਂ ਸਾਬਤ ਕਰਾਂਗਾ ਕਿ ਧਨ ਹੀ ਸਭ ਕੁਝ ਹੈ। ਉਸਨੇ ਪਿੰਡ ਦੇ ਲੋਕਾਂ ਨੂੰ ਲਾਲਚ ਦੇ ਕੇ ਆਪਣੇ ਪੱਖ ਵਿੱਚ ਕਰਨ ਦੀ ਕੋਸ਼ਿਸ਼ ਕੀਤੀ, ਪਰ ਪਿੰਡ ਦੇ ਲੋਕ ਹੁਣ ਬਦਲ ਚੁੱਕੇ ਸਨ ਅਤੇ ਕਿਸੇ ਨੇ ਵੀ ਉਸ ਦੀ ਗੱਲ ਨਾ ਮੰਨੀ। ਇਹ ਵੇਖ ਕੇ ਵਪਾਰੀ ਗੁੱਸੇ ਨਾਲ ਭਰ ਗਿਆ ਅਤੇ ਉਸਨੇ ਗੁਰੂ ਜੀ ਨੂੰ ਚੁਣੌਤੀ ਦਿੱਤੀ ਕਿ ਜੇ ਉਹ ਸੱਚੇ ਸੰਤ ਹਨ ਤਾਂ ਉਹ ਉਸਦੇ ਧਨ ਨੂੰ ਮਿੱਟੀ ਵਿੱਚ ਬਦਲ ਕੇ ਵਿਖਾਏ। ਗੁਰੂ ਜੀ ਮੁਸਕਰਾਏ ਅਤੇ ਉਸ ਨੂੰ ਆਪਣੇ ਨਾਲ ਦਰਿਆ ਦੇ ਕਿਨਾਰੇ ਲੈ ਗਏ, ਜਿੱਥੇ ਉਹਨਾਂ ਨੇ ਉਸ ਨੂੰ ਕਿਹਾ ਕਿ ਉਹ ਆਪਣੇ ਸੋਨੇ ਦੇ ਸੱਸਾ ਕੱਕਾ ਕੇ ਪਾਣੀ ਵਿੱਚ ਸੁੱਟ ਦੇਵੇ। ਵਪਾਰੀ ਨੇ ਘਮੰਡ ਵਿੱਚ ਆ ਕੇ ਉਹੀ ਕੀਤਾ, ਪਰ ਜਿਵੇਂ ਹੀ ਸੱਸਾ ਕੱਕਾ ਕੇ ਪਾਣੀ ਵਿੱਚ ਡਿੱਗੇ ਉਹ ਹੌਲੀ-ਹੌਲੀ ਰੇਤ ਵਿੱਚ ਬਦਲਣ ਲੱਗ ਪਏ। ਇਹ ਵੇਖ ਕੇ ਵਪਾਰੀ ਦੇ ਹੋਸ਼ ਉੱਡ ਗਏ ਅਤੇ ਉਹ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ। ਗੁਰੂ ਜੀ ਨੇ ਕਿਹਾ, ਧਨ ਉਹ ਹੈ ਜੋ ਮਨੁੱਖ ਦੇ ਨਾਲ ਜਾਂਦਾ ਹੈ ਅਤੇ ਉਹ ਨੇਕ ਕਰਮਾਂ ਦੇ ਰੂਪ ਵਿੱਚ ਇਕੱਠਾ ਹੁੰਦਾ ਹੈ। ਇਹ ਸੁਣ ਕੇ ਵਪਾਰੀ ਦਾ ਦਿਲ ਬਦਲ ਗਿਆ ਅਤੇ ਉਸਨੇ ਆਪਣਾ ਧਨ ਗਰੀਬਾਂ ਦੀ ਸੇਵਾ ਵਿੱਚ ਲਗਾ ਦਿੱਤਾ। ਉਸ ਰਾਤ ਪਿੰਡ ਵਿੱਚ ਕੀਰਤਨ ਦਾ ਮਾਹੌਲ ਬਣ ਗਿਆ ਅਤੇ ਹਰ ਕੋਈ ਰੱਬ ਦੇ ਨਾਮ ਵਿੱਚ ਲੀਨ ਹੋ ਗਿਆ। ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਸਨ ਅਤੇ ਗੁਰੂ ਜੀ ਸ਼ਬਦ ਗਾ ਰਹੇ ਸਨ। ਉਸ ਸਮੇਂ ਪਿੰਡ ਦੇ ਲੋਕਾਂ ਨੂੰ ਐਸਾ ਲੱਗ ਰਿਹਾ ਸੀ ਜਿਵੇਂ ਉਹਨਾਂ ਦੇ ਦਿਲਾਂ ਦਾ ਹਨੇਰਾ ਦੂਰ ਹੋ ਰਿਹਾ ਹੋਵੇ, ਪਰ ਉਸੇ ਵੇਲੇ ਗੁਰੂ ਜੀ ਦੇ ਚਿਹਰੇ ਤੇ ਇੱਕ ਡੂੰਘੀ ਗੰਭੀਰਤਾ ਆ ਗਈ ਅਤੇ ਭਾਈ ਮਰਦਾਨਾ ਜੀ ਨੇ ਪੁੱਛਿਆ, ਸੱਚੇ ਪਾਤਸ਼ਾਹ ਕੀ ਗੱਲ ਹੈ? ਗੁਰੂ ਜੀ ਨੇ ਅਸਮਾਨ ਵੱਲ ਵੇਖਦੇ ਹੋਏ ਕਿਹਾ, ਮਰਦਾਨਿਆ, ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਉਸਦਾ ਅਹੰਕਾਰ ਹੁੰਦਾ ਹੈ ਅਤੇ ਜਦ ਤੱਕ ਇਹ ਅਹੰਕਾਰ ਖਤਮ ਨਹੀਂ ਹੁੰਦਾ ਤਦ ਤੱਕ ਕਰਮਾਂ ਦਾ ਅਸਲ ਭੇਦ ਸਮਝ ਨਹੀਂ ਆ ਸਕਦਾ। ਇਹ ਗੱਲ ਕਹਿ ਕੇ ਗੁਰੂ ਜੀ ਕੁਝ ਸਮੇਂ ਲਈ ਚੁੱਪ ਹੋ ਗਏ ਅਤੇ ਸਾਰਾ ਮਾਹੌਲ ਆਤਮਿਕ ਸ਼ਾਂਤੀ ਨਾਲ ਭਰ ਗਿਆ। ਪਰ ਉਸ ਸਮੇਂ ਦੂਰੋਂ ਇੱਕ ਦੁਖੀ ਇਸਤਰੀ ਦੌੜਦੀ ਹੋਈ ਆਈ, ਜਿਸ ਦੇ ਚਿਹਰੇ ਤੇ ਡਰ ਅਤੇ ਦਰਦ ਸਾਫ਼ ਦਿਖਾਈ ਦੇ ਰਿਹਾ ਸੀ ਅਤੇ ਉਹ ਰੋਂਦੀ ਹੋਈ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਈ ਅਤੇ ਕਹਿਣ ਲੱਗੀ, ਮਹਾਰਾਜ, ਮੇਰੇ ਪੁੱਤਰ ਨੇ ਗਲਤ ਰਸਤਾ ਪਕੜ ਲਿਆ ਹੈ। ਉਹ ਚੋਰੀ ਅਤੇ ਧੋਖੇ ਵਿੱਚ ਫਸ ਗਿਆ ਹੈ ਕਿ ਉਸ ਦੀ ਕਿਸਮਤ ਬਦਲ ਸਕਦੀ ਹੈ। ਇਹ ਸੁਣ ਕੇ ਸਾਰੇ ਲੋਕਾਂ ਦੇ ਦਿਲ ਕੰਬ ਗਏ ਅਤੇ ਗੁਰੂ ਜੀ ਨੇ ਉਸ ਇਸਤਰੀ ਨੂੰ ਧੀਰਜ ਦਿੰਦਿਆਂ ਕਿਹਾ, ਹਰ ਮਨੁੱਖ ਦੇ ਅੰਦਰ ਰੌਸ਼ਨੀ ਹੁੰਦੀ ਹੈ, ਪਰ ਕਈ ਵਾਰੀ ਉਹ ਮਾਇਆ ਦੇ ਹਨੇਰੇ ਵਿੱਚ ਲੁਕ ਜਾਂਦੀ ਹੈ। ਫਿਰ ਗੁਰੂ ਜੀ ਨੇ ਉਸ ਇਸਤਰੀ ਨੂੰ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਇੱਥੇ ਲਿਆਵੇ ਅਤੇ ਉਹ ਇਸਤਰੀ ਅੱਖਾਂ ਵਿੱਚ ਉਮੀਦ ਦੀ ਇੱਕ ਕਿਰਨ ਲੈ ਕੇ ਗੁਰੂ ਜੀ ਦੇ ਹੁਕਮ ਅਨੁਸਾਰ ਆਪਣੇ ਪੁੱਤਰ ਨੂੰ ਲਿਆਉਣ ਲਈ ਦੌੜ ਪਈ ਅਤੇ ਕੁਝ ਸਮੇਂ ਬਾਅਦ ਉਹ ਆਪਣੇ ਪੁੱਤਰ ਨੂੰ ਨਾਲ ਲੈ ਕੇ ਵਾਪਸ ਆ ਗਈ। ਉਹ ਜਵਾਨ ਚਿਹਰੇ ਤੋਂ ਘਮੰਡੀ ਤੇ ਬੇਪਰਵਾਹ ਦਿਸਦਾ ਸੀ, ਪਰ ਅੱਖਾਂ ਦੇ ਅੰਦਰ ਡਰ ਅਤੇ ਪਛਤਾਵੇ ਦੀ ਲੁਕਾਈ ਹੋਈ ਛਾਂ ਸਾਫ਼ ਦਿਖ ਰਹੀ ਸੀ। ਉਹ ਗੁਰੂ ਜੀ ਅੱਗੇ ਖੜਾ ਹੋ ਗਿਆ, ਪਰ ਉਸ ਦਾ ਸਿਰ ਥੱਲੇ ਝੁਕਿਆ ਹੋਇਆ ਸੀ। ਗੁਰੂ ਜੀ ਨੇ ਪਿਆਰ ਨਾਲ ਪੁੱਛਿਆ, ਪੁੱਤਰ, ਕੀ ਤੈਨੂੰ ਪਤਾ ਹੈ ਕਿ ਗਲਤ ਰਸਤਾ ਮਨੁੱਖ ਨੂੰ ਕਿੱਥੇ ਲੈ ਜਾਂਦਾ ਹੈ? ਜਵਾਨ ਚੁੱਪ ਰਿਹਾ, ਪਰ ਉਸ ਦੀਆਂ ਅੱਖਾਂ ਵਿੱਚੋਂ ਅੰਸੂ ਡਿੱਗ ਪਏ। ਗੁਰੂ ਜੀ ਨੇ ਉਸ ਨੂੰ ਨੇੜੇ ਬਿਠਾਇਆ ਅਤੇ ਕਿਹਾ, ਮਨੁੱਖ ਗਲਤੀ ਕਰ ਸਕਦਾ ਹੈ, ਪਰ ਗਲਤੀ ਨੂੰ ਆਪਣੀ ਪਹਿਚਾਣ ਬਣਾਉਣਾ ਸਭ ਤੋਂ ਵੱਡੀ ਗਲਤੀ ਹੁੰਦੀ ਹੈ। ਇਹ ਸੁਣ ਕੇ ਜਵਾਨ ਜ਼ੋਰ ਨਾਲ ਰੋ ਪਿਆ ਅਤੇ ਕਹਿਣ ਲੱਗਾ ਕਿ ਉਹ ਲਾਲਚ ਅਤੇ ਮਾੜੀ ਸੰਗਤ ਵਿੱਚ ਆ ਕੇ ਗਲਤ ਕੰਮਾਂ ਵਿੱਚ ਫਸ ਗਿਆ ਸੀ। ਗੁਰੂ ਜੀ ਨੇ ਉਸ ਦੇ ਸਿਰ ਤੇ ਹੱਥ ਰੱਖਿਆ ਅਤੇ ਕਿਹਾ, ਜੇ ਤੂੰ ਸੱਚੇ ਦਿਲ ਨਾਲ ਤੋਬਾ ਕਰੇ ਅਤੇ ਸੇਵਾ ਦੇ ਰਾਹ ਤੇ ਚੱਲੇ ਤਾਂ ਤੇਰੇ ਕਰਮਾਂ ਦੀ ਦਿਸ਼ਾ ਬਦਲ ਸਕਦੀ ਹੈ। ਪਿੰਡ ਦੇ ਲੋਕ ਇਹ ਸਭ ਵੇਖ ਰਹੇ ਸਨ ਅਤੇ ਉਹਨਾਂ ਦੇ ਦਿਲਾਂ ਵਿੱਚ ਦਇਆ ਅਤੇ ਸਮਝ ਦਾ ਭਾਵ ਜਨਮ ਲੈ ਰਿਹਾ ਸੀ। ਗੁਰੂ ਜੀ ਨੇ ਉਸ ਜਵਾਨ ਨੂੰ ਕਿਹਾ ਕਿ ਉਹ ਕੁਝ ਦਿਨ ਪਿੰਡ ਦੇ ਗਰੀਬ ਅਤੇ ਬਜ਼ੁਰਗ ਲੋਕਾਂ ਦੀ ਸੇਵਾ ਕਰੇ। ਜਵਾਨ ਨੇ ਗੁਰੂ ਜੀ ਦੀ ਆਗਿਆ ਮੰਨ ਲਈ ਅਤੇ ਉਹ ਦਿਨ ਰਾਤ ਸੇਵਾ ਕਰਨ ਲੱਗ ਪਿਆ। ਕੁਝ ਹੀ ਦਿਨਾਂ ਵਿੱਚ ਉਸ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਸ਼ਾਂਤੀ ਦਿਖਾਈ ਦੇਣ ਲੱਗੀ ਅਤੇ ਉਸ ਦੀ ਮਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅੰਸੂ ਵਗਣ ਲੱਗ ਪਏ। ਇਹ ਵੇਖ ਕੇ ਪਿੰਡ ਦੇ ਲੋਕਾਂ ਨੂੰ ਅਹਿਸਾਸ ਹੋਇਆ ਕਿ ਮਨੁੱਖ ਜੇ ਸੱਚੇ ਦਿਲ ਨਾਲ ਬਦਲਣਾ ਚਾਹੇ ਤਾਂ ਉਸ ਦੀ ਜ਼ਿੰਦਗੀ ਨਵਾਂ ਰੰਗ ਲੈ ਸਕਦੀ ਹੈ। ਸਮਾਂ ਲੰਘਦਾ ਗਿਆ ਅਤੇ ਗੁਰੂ ਜੀ ਪਿੰਡ ਵਿੱਚ ਲੋਕਾਂ ਨੂੰ ਕਰਮ ਅਤੇ ਸੇਵਾ ਦਾ ਅਸਲ ਮਤਲਬ ਸਮਝਾਉਂਦੇ ਰਹੇ। ਇੱਕ ਦਿਨ ਗੁਰੂ ਜੀ ਨੇ ਸਭ ਨੂੰ ਦਰਿਆ ਦੇ ਕਿਨਾਰੇ ਇਕੱਠਾ ਕੀਤਾ ਅਤੇ ਕਿਹਾ ਕਿ ਹਰ ਮਨੁੱਖ ਆਪਣੇ ਹੱਥ ਵਿੱਚ ਇੱਕ ਪੱਥਰ ਫੜੇ ਅਤੇ ਉਸ ਤੇ ਆਪਣੇ ਕਿਸੇ ਮਾੜੇ ਕਰਮ ਬਾਰੇ ਸੋਚੇ।
ਲੋਕਾਂ ਨੇ ਉਹੀ ਕੀਤਾ ਅਤੇ ਮਾਹੌਲ ਬੜਾ ਗੰਭੀਰ ਹੋ ਗਿਆ। ਫਿਰ ਗੁਰੂ ਜੀ ਨੇ ਕਿਹਾ ਕਿ ਉਹ ਪੱਥਰ ਦਰਿਆ ਵਿੱਚ ਸੁੱਟ ਦੇਣ ਅਤੇ ਉਸ ਵੇਲੇ ਆਪਣੇ ਮਨ ਵਿੱਚ ਨਵੀਂ ਸ਼ੁਰੂਆਤ ਦਾ ਸੰਕਲਪ ਕਰਨ। ਲੋਕਾਂ ਨੇ ਜਿਵੇਂ ਹੀ ਪੱਥਰ ਸੁੱਟੇ ਉਹਨਾਂ ਦੇ ਦਿਲ ਹੌਲੇ ਹੋਣ ਲੱਗ ਪਏ ਅਤੇ ਕਈ ਲੋਕ ਰੋ ਪਏ ਕਿਉਂਕਿ ਉਹਨਾਂ ਨੂੰ ਆਪਣੇ ਪੁਰਾਣੇ ਕਰਮ ਯਾਦ ਆ ਰਹੇ ਸਨ। ਗੁਰੂ ਜੀ ਨੇ ਕਿਹਾ, ਜਦ ਮਨੁੱਖ ਆਪਣੀਆਂ ਗਲਤੀਆਂ ਨੂੰ ਮੰਨ ਲੈਂਦਾ ਹੈ ਤਾਂ ਉਸ ਦੇ ਅੰਦਰ ਸੱਚੀ ਤਾਕਤ ਜਨਮ ਲੈਂਦੀ ਹੈ। ਇਹ ਉਪਦੇਸ਼ ਪਿੰਡ ਦੇ ਹਰ ਮਨੁੱਖ ਦੇ ਦਿਲ ਵਿੱਚ ਵਸ ਗਿਆ। ਉਸੇ ਸਮੇਂ ਦੂਰ ਦੇਸ਼ ਤੋਂ ਕੁਝ ਯਾਤਰੀ ਪਿੰਡ ਵਿੱਚ ਆਏ ਜਿਨ੍ਹਾਂ ਨੇ ਗੁਰੂ ਜੀ ਦੀ ਮਹਾਨਤਾ ਬਾਰੇ ਸੁਣਿਆ ਸੀ। ਉਹਨਾਂ ਵਿੱਚ ਇੱਕ ਬੁੱਧੀਮਾਨ ਵਿਦਵਾਨ ਵੀ ਸੀ ਜੋ ਕਰਮਾਂ ਦੇ ਭੇਦ ਨੂੰ ਸਮਝਣਾ ਚਾਹੁੰਦਾ ਸੀ। ਉਸਨੇ ਗੁਰੂ ਜੀ ਨੂੰ ਪੁੱਛਿਆ ਕਿ ਜੇ ਮਨੁੱਖ ਨੇਕ ਕਰਮ ਕਰਦਾ ਹੈ ਪਰ ਉਸ ਨੂੰ ਫਲ ਨਾ ਮਿਲੇ ਤਾਂ ਕੀ ਉਹ ਕਰਮ ਵਿਅਰਥ ਹੋ ਜਾਂਦੇ ਹਨ। ਗੁਰੂ ਜੀ ਨੇ ਮੁਸਕਰਾ ਕੇ ਕਿਹਾ, ਨੇਕ ਕਰਮ ਕਦੇ ਵਿਅਰਥ ਨਹੀਂ ਜਾਂਦੇ, ਉਹ ਰੱਬ ਦੇ ਖਜ਼ਾਨੇ ਵਿੱਚ ਸੰਭਾਲੇ ਜਾਂਦੇ ਹਨ ਅਤੇ ਸਮੇਂ ਆਉਣ ਤੇ ਉਹ ਮਨੁੱਖ ਦੀ ਜ਼ਿੰਦਗੀ ਵਿੱਚ ਰੌਸ਼ਨੀ ਬਣ ਕੇ ਵਾਪਸ ਆਉਂਦੇ ਹਨ। ਇਹ ਸੁਣ ਕੇ ਵਿਦਵਾਨ ਹੈਰਾਨ ਰਹਿ ਗਿਆ ਅਤੇ ਉਸਨੇ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ। ਪਿੰਡ ਦੇ ਲੋਕ ਹੁਣ ਹਰ ਰੋਜ਼ ਨਾਮ ਜਪ ਅਤੇ ਸੇਵਾ ਕਰਨ ਲੱਗ ਪਏ ਸਨ ਅਤੇ ਪਿੰਡ ਦਾ ਮਾਹੌਲ ਇੱਕ ਆਤਮਿਕ ਧਾਮ ਵਰਗਾ ਹੋ ਗਿਆ ਸੀ। ਪਰ ਇੱਕ ਦਿਨ ਪਿੰਡ ਵਿੱਚ ਇੱਕ ਵੱਡੀ ਕਸੌਟੀ ਆਈ ਜਦ ਭਿਆਨਕ ਸੁੱਕਾ ਪੈ ਗਿਆ ਅਤੇ ਖੇਤ ਸੁੱਕਣ ਲੱਗ ਪਏ। ਲੋਕ ਚਿੰਤਾ ਵਿੱਚ ਡੁੱਬ ਗਏ ਅਤੇ ਉਹ ਗੁਰੂ ਜੀ ਕੋਲ ਆ ਕੇ ਬੇਨਤੀ ਕਰਨ ਲੱਗ ਪਏ ਕਿ ਉਹਨਾਂ ਨੂੰ ਇਸ ਮੁਸੀਬਤ ਤੋਂ ਬਚਾਇਆ ਜਾਵੇ। ਗੁਰੂ ਜੀ ਨੇ ਕਿਹਾ, ਮੁਸੀਬਤ ਮਨੁੱਖ ਦੀ ਪਰਖ ਹੁੰਦੀ ਹੈ ਅਤੇ ਇਸ ਵੇਲੇ ਸੇਵਾ ਅਤੇ ਵਿਸ਼ਵਾਸ ਸਭ ਤੋਂ ਵੱਡਾ ਕਰਮ ਹੁੰਦਾ ਹੈ। ਫਿਰ ਗੁਰੂ ਜੀ ਨੇ ਪਿੰਡ ਦੇ ਲੋਕਾਂ ਨੂੰ ਇਕੱਠਾ ਕਰਕੇ ਕਿਹਾ ਕਿ ਉਹ ਮਿਲ ਕੇ ਪਾਣੀ ਦੇ ਸਰੋਤ ਬਣਾਉਣ ਅਤੇ ਇੱਕ ਦੂਜੇ ਦੀ ਮਦਦ ਕਰਨ। ਲੋਕਾਂ ਨੇ ਗੁਰੂ ਜੀ ਦੀ ਗੱਲ ਮੰਨ ਕੇ ਦਿਨ ਰਾਤ ਮਿਹਨਤ ਕੀਤੀ ਅਤੇ ਕੁਝ ਹੀ ਸਮੇਂ ਵਿੱਚ ਉਹਨਾਂ ਨੇ ਨਵੇਂ ਕੂਏ ਅਤੇ ਨਾਲੇ ਤਿਆਰ ਕਰ ਲਏ ਜਿਸ ਨਾਲ ਪਾਣੀ ਦੀ ਕਮੀ ਦੂਰ ਹੋਣ ਲੱਗੀ। ਇਹ ਵੇਖ ਕੇ ਲੋਕਾਂ ਨੂੰ ਅਹਿਸਾਸ ਹੋਇਆ ਕਿ ਇਕੱਠ ਅਤੇ ਸੇਵਾ ਨਾਲ ਹਰ ਮੁਸੀਬਤ ਦਾ ਹੱਲ ਨਿਕਲ ਸਕਦਾ ਹੈ। ਉਸ ਰਾਤ ਗੁਰੂ ਜੀ ਨੇ ਭਾਈ ਮਰਦਾਨਾ ਜੀ ਨਾਲ ਬੈਠ ਕੇ ਕਿਹਾ, ਮਰਦਾਨਿਆਂ, ਜਦ ਮਨੁੱਖ ਦੂਜਿਆਂ ਲਈ ਜੀਣਾ ਸਿੱਖ ਲੈਂਦਾ ਹੈ ਤਾਂ ਉਸ ਦੇ ਕਰਮ ਰੱਬ ਦੀ ਬਾਣੀ ਬਣ ਜਾਂਦੇ ਹਨ। ਭਾਈ ਮਰਦਾਨਾ ਜੀ ਇਹ ਗੱਲ ਸੁਣ ਕੇ ਭਾਵੁਕ ਹੋ ਗਏ ਅਤੇ ਰਬਾਬ ਤੇ ਇੱਕ ਮਿੱਠਾ ਸ਼ਬਦ ਛੇੜ ਦਿੱਤਾ ਜਿਸ ਦੀ ਧੁਨ ਸੁਣ ਕੇ ਸਾਰਾ ਪਿੰਡ ਰੱਬ ਦੇ ਨਾਮ ਵਿੱਚ ਲੀਨ ਹੋ ਗਿਆ। ਕੁਝ ਦਿਨਾਂ ਬਾਅਦ ਗੁਰੂ ਜੀ ਨੇ ਪਿੰਡ ਛੱਡਣ ਦਾ ਫੈਸਲਾ ਕੀਤਾ ਕਿਉਂਕਿ ਉਹਨਾਂ ਦਾ ਮਕਸਦ ਮਨੁੱਖਤਾ ਨੂੰ ਸੱਚ ਦਾ ਰਾਹ ਦਿਖਾਉਣਾ ਸੀ। ਜਦ ਪਿੰਡ ਦੇ ਲੋਕਾਂ ਨੂੰ ਇਹ ਪਤਾ ਲੱਗਾ ਤਾਂ ਉਹ ਰੋਣ ਲੱਗ ਪਏ ਅਤੇ ਗੁਰੂ ਜੀ ਨੂੰ ਬੇਨਤੀ ਕਰਨ ਲੱਗ ਪਏ ਕਿ ਉਹ ਉਹਨਾਂ ਨੂੰ ਛੱਡ ਕੇ ਨਾ ਜਾਣ। ਗੁਰੂ ਜੀ ਨੇ ਪਿਆਰ ਨਾਲ ਕਿਹਾ, ਮੈਂ ਕਦੇ ਤੁਹਾਡੇ ਤੋਂ ਦੂਰ ਨਹੀਂ ਹੋ ਸਕਦਾ ਕਿਉਂਕਿ ਜਦ ਤੱਕ ਤੁਸੀਂ ਸੱਚੇ ਕਰਮ ਅਤੇ ਨਾਮ ਸਿਮਰਨ ਕਰਦੇ ਰਹੋਗੇ ਮੈਂ ਤੁਹਾਡੇ ਨਾਲ ਹੀ ਰਹਾਂਗਾ। ਇਹ ਸੁਣ ਕੇ ਲੋਕਾਂ ਦੇ ਦਿਲਾਂ ਵਿੱਚ ਇੱਕ ਅਨੋਖੀ ਸ਼ਾਂਤੀ ਆ ਗਈ ਅਤੇ ਉਹਨਾਂ ਨੇ ਗੁਰੂ ਜੀ ਦੇ ਉਪਦੇਸ਼ਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਦਾ ਸੰਕਲਪ ਕਰ ਲਿਆ। ਗੁਰੂ ਜੀ ਜਦ ਪਿੰਡ ਤੋਂ ਰਵਾਨਾ ਹੋਏ ਤਾਂ ਪੂਰਾ ਪਿੰਡ ਉਹਨਾਂ ਦੇ ਦਰਸ਼ਨ ਕਰਦਾ ਹੋਇਆ ਅੰਸੂਆਂ ਨਾਲ ਭਰਿਆ ਖੜਾ ਸੀ। ਗੁਰੂ ਜੀ ਨੇ ਅਸਮਾਨ ਵੱਲ ਵੇਖ ਕੇ ਵਾਹਿਗੁਰੂ ਦਾ ਸ਼ੁਕਰ ਅਦਾ ਕੀਤਾ ਅਤੇ ਕਿਹਾ, ਮਨੁੱਖ ਦਾ ਜੀਵਨ ਕਰਮਾਂ ਦੀ ਇੱਕ ਕਿਤਾਬ ਹੈ ਜਿਸ ਦਾ ਹਰ ਸਫ਼ਾ ਉਸ ਦੇ ਆਪਣੇ ਹੱਥ ਵਿੱਚ ਹੁੰਦਾ ਹੈ। ਇਹ ਕਹਿ ਕੇ ਗੁਰੂ ਜੀ ਅੱਗੇ ਵਧ ਗਏ ਅਤੇ ਪਿੰਡ ਦੇ ਲੋਕ ਉਹਨਾਂ ਦੇ ਉਪਦੇਸ਼ਾਂ ਨੂੰ ਯਾਦ ਕਰਦੇ ਹੋਏ ਆਪਣੇ ਜੀਵਨ ਵਿੱਚ ਸੱਚਾਈ, ਸੇਵਾ ਅਤੇ ਨਾਮ ਸਿਮਰਨ ਦਾ ਰਾਹ ਅਪਣਾਉਣ ਲੱਗ ਪਏ। ਸਮਾਂ ਬੀਤਦਾ ਗਿਆ ਪਰ ਉਸ ਪਿੰਡ ਦੀ ਕਹਾਣੀ ਦੂਰ ਦੂਰ ਤੱਕ ਫੈਲ ਗਈ ਅਤੇ ਲੋਕ ਉੱਥੇ ਆ ਕੇ ਕਰਮਾਂ ਦਾ ਅਸਲ ਭੇਦ ਸਿੱਖਣ ਲੱਗ ਪਏ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਇਹ ਮਹਾਨ ਸਿੱਖਿਆ ਦਿੱਤੀ ਕਿ ਧਨ, ਸ਼ੋਹਰਤ ਅਤੇ ਅਹੰਕਾਰ ਸਭ ਕੁਝ ਇੱਕ ਦਿਨ ਮਿਟ ਜਾਂਦਾ ਹੈ ਪਰ ਸੱਚੇ ਕਰਮ ਅਤੇ ਸੇਵਾ ਦਾ ਫਲ ਸਦਾ ਲਈ ਮਨੁੱਖ ਦੇ ਨਾਲ ਰਹਿੰਦਾ ਹੈ ਅਤੇ ਜੋ ਮਨੁੱਖ ਸੱਚੇ ਦਿਲ ਨਾਲ ਨੇਕ ਕਰਮ ਕਰਦਾ ਹੈ ਉਹ ਆਪਣੀ ਜ਼ਿੰਦਗੀ ਨੂੰ ਹੀ ਨਹੀਂ ਸਗੋਂ ਦੂਜਿਆਂ ਦੀ ਜ਼ਿੰਦਗੀ ਨੂੰ ਵੀ ਰੌਸ਼ਨ ਕਰ ਸਕਦਾ ਹੈ ਅਤੇ ਇਹੀ ਹੈ ਕਰਮ ਦਾ ਅਸਲ ਰਹੱਸ ਜਿਸ ਨੂੰ ਸਮਝ ਕੇ ਮਨੁੱਖ ਆਪਣੀ ਕਿਸਮਤ ਨੂੰ ਸੁੰਦਰ ਬਣਾ ਸਕਦਾ ਹੈ ਅਤੇ ਰੱਬ ਦੇ ਨੇੜੇ ਪਹੁੰਚ ਸਕਦਾ ਹੈ।